ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣ ਆਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ। ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ। ਸ਼ਲੋਕ ਮਹੱਲਾ ਤੀਜਾ। ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ। ਅੰਧੇ ਕਰਮ ਕਮਾਏ ਸਬਦੈ ਸਿਉ ਚਿਤ ਨਾ ਲਾਵਈ। ਜਿਤ ਸੁਖ ਵਸੈ ਮਨ ਆਏ। ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ। ਅੰਧੇ ਕਰਮ ਕਮਾਏ ਸਬਦੈ ਸਿਉ ਚਿਤ ਨਾ ਲਾਵਈ। ਜਿਤ ਸੁਖ ਵਸੈ ਮਨ ਆਏ। ਤਾਮਸ ਲੱਗਾ ਸਦਾ ਫਿਰੈ ਅਹਨਿਸ ਜਲਤ ਬਿਹਾਏ। ਜੋ ਤਿਸ ਭਾਵੈ ਸੋ ਥੀਐ ਕਹਿਣਾ ਕਿਛੂ ਨਾ ਜਾਏ। ਤਾਮਸ ਲੱਗਾ ਸਦਾ ਫਿਰੈ ਅਹਨਿਸ ਜਲਤ ਬਿਹਾਏ। ਜੋ ਤਿਸ ਭਾਵੈ ਸੋ ਥੀਐ ਕਹਿਣਾ ਕਿਛੂ ਨਾ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਕਲਗੀਧਰ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਕਲਗੀਧਰ ਪਿਤਾ ਧੰਨ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ ਵਿਖੇ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀ। ਆਪ ਜੀ ਅਤਿਅੰਤ ਵਡਭਾਗੇ ਹੋ ਜੋ ਗੁਰੂ ਕੀ ਪਵਿੱਤਰ ਗੁਰਬਾਣੀ ਦੇ ਪਾਠ ਕੀਰਤਨ ਦਾ ਆਨੰਦ ਮਾਣਿਆ ਹੈ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਅਤੇ ਨਿਆਸਰਿਆਂ ਦੇ ਆਸਰੇ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਸੁਰਤੀ ਕਾਗਰ ਕਰੀਏ। ਨਮਸਕਾਰ ਕਰੀਏ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ। ਪਿਆਰ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਪਾਵਨ ਸ਼ਲੋਕ ਉਚਾਰਨ ਕੀਤਾ ਹੈ ਜੋ ਬਿਹਾਗੜੇ ਦੀ ਵਾਰ ਦੀ 15ਵੀਂ ਪੌੜੀ ਨਾਲ ਸੰਬੰਧਿਤ ਕਰਕੇ ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕੀਤਾ ਹੈ। ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ। ਧੰਨ ਗੁਰੂ ਅਮਰਦਾਸ ਸਾਹਿਬ ਜੀ ਤੀਸਰੇ ਨਾਨਕ ਤੀਸਰੇ ਪਾਤਸ਼ਾਹ
ਬਿਨ ਸਤਿਗੁਰ ਭੇਟੇ ਜਗ ਅੰਧ ਹੈ। ਬਿਨਾਂ ਸਤਿਗੁਰੂ ਜੀ ਨੂੰ ਮਿਲਿਆ, ਜਿੰਨਾ ਚਿਰ ਕਿਸੇ ਜੀਵ ਨੂੰ ਇਸ ਸੰਸਾਰ ਵਿੱਚ ਸਤਿਗੁਰੂ ਨਹੀਂ ਮਿਲਦਾ, ਪੂਰੇ ਸਤਿਗੁਰੂ ਦੇ ਦਰਸ਼ਨ ਨਹੀਂ ਹੁੰਦੇ, ਪੂਰੇ ਸਤਿਗੁਰੂ ਦੀ ਸੰਗਤ ਪ੍ਰਾਪਤ ਨਹੀਂ ਹੁੰਦੀ, ਉਹਨਾਂ ਚਿਰ ਇਹ ਸੰਸਾਰ ਹਨੇਰੇ ਵਿੱਚ ਹੀ ਰਹਿੰਦਾ ਹੈ, ਅੰਨਾ ਹੀ ਹੈ। ਹੁੰਦੀ ਅੱਖੀਂ ਅੰਨਾ ਹੋਵੇ। ਭਾਈ ਗੁਰਦਾਸ ਜੀ ਨੇ ਬਚਨ ਲਿਖਿਆ ਹੈ, ਕਹਿੰਦੇ ਅੱਖਾਂ ਦੇ ਹੁੰਦਿਆਂ ਸੌਂਦਿਆਂ ਵੀ ਅੰਨਾ ਹੈ ਜੀਵ। ਆਮ ਤੌਰ 'ਤੇ ਦੁਨੀਆ ਵਿੱਚ, ਸਮਾਜ ਵਿੱਚ, ਕਿਉਂਕਿ ਜਿਹੜੇ ਮਹਾਂਪੁਰਸ਼ ਹੁੰਦੇ ਨੇ ਉਹ ਜਗਿਆਸੂ ਨੂੰ ਸਮਝਾਉਣ ਵਾਸਤੇ, ਉਸ ਨੂੰ ਪੜ੍ਹਾਉਣ ਵਾਸਤੇ ਉਹਦੀ ਬੋਲੀ ਦੀ ਗੱਲ ਕਰਦੇ ਨੇ, ਜਿਹੜੀ ਬੋਲੀ ਉਹ ਸਮਝ ਸਕਦਾ ਹੋਵੇ, ਜਿਹੜੇ ਲੈਵਲ 'ਤੇ ਉਹ ਬੰਦਾ ਖੜ੍ਹਾ ਹੋਵੇ, ਉੱਥੋਂ ਉਸ ਨੂੰ ਅਗਲਾ ਰਸਤਾ ਦੱਸਦੇ ਹਨ। ਮਹਾਂਪੁਰਸ਼ਾਂ ਦੀ ਖੇਡ ਬੜੀ ਅਸਚਰਜ ਹੈ। ਉਹ ਤਿੰਨਾਂ ਗੁਣਾਂ ਤੋਂ ਪਰੇ ਹਨ, ਪਰ ਜੋ ਸੰਸਾਰ ਵਿੱਚ ਵਰਤ ਰਿਹਾ ਹੈ ਉਸ ਨੂੰ ਦੇਖ ਕੇ ਸਾਰਾ ਜਾਇਜ਼ਾ ਲਾ ਲੈਂਦੇ ਹਨ ਵੀ ਇਹ ਲੋਕ ਕਿਸ ਤਰ੍ਹਾਂ ਸਮਝਾਏ ਜਾ ਸਕਦੇ ਹਨ। ਸੰਸਾਰ ਦੀ ਬੋਲੀ ਵਿੱਚ ਅੰਨਾ ਉਸ ਨੂੰ ਆਖਿਆ ਜਾਂਦਾ ਹੈ ਜਿਹਦੀਆਂ ਅੱਖਾਂ ਨਾ ਹੋਣ, ਜਿਸ ਨੂੰ ਦਿਸਦਾ ਨਾ ਹੋਵੇ, ਜਿਸ ਨੂੰ ਪਤਾ ਨਾ ਲੱਗੇ ਵੀ ਅੱਗੇ ਟੋਆ ਹੈ, ਖਾਈ ਹੈ, ਖੂਹ ਹੈ, ਦੀਵਾਰ ਹੈ, ਜਾਂ ਕੋਈ ਜੰਗਲੀ ਜਾਨਵਰ ਖੜ੍ਹਾ ਹੈ, ਜਾਂ ਕੋਈ ਸੱਜਣ ਖੜ੍ਹਾ ਹੈ, ਜਾਂ ਦੁਸ਼ਮਣ ਖੜ੍ਹਾ ਹੈ। ਜਿਸ ਨੂੰ ਦਿਸਦਾ ਨਹੀਂ ਉਸ ਨੂੰ ਅੰਨਾ ਕਹਿੰਦੇ ਹਨ। ਪਰ ਸਾਹਿਬ ਜੀ ਦਾ ਬਚਨ ਹੈ, ਅੰਧੇ ਨਾ ਆਖੀਏ ਜਿਨ ਮੁਖ ਲੋਇਣ ਨਾਹੀਂ। ਅੰਨੇ ਉਹ ਨਹੀਂ ਹੁੰਦੇ ਜਿਨ੍ਹਾਂ ਦੀਆਂ ਅੱਖਾਂ ਨਹੀਂ ਹੁੰਦੀਆਂ। ਅੰਧੇ ਸਈ ਨਾਨਕਾ ਜੇ ਖਸਮੋਂ ਕੁੱਥੇ ਜਾਹੇ। ਅੰਨੇ ਉਹ ਹਨ ਜਿਹੜੇ ਉਸ ਖਸਮ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਤੋਂ ਬੇਮੁਖ ਹੋ ਕੇ ਸੰਸਾਰ ਵਿੱਚ ਭਟਕ ਰਹੇ ਹਨ। ਦਿਸਦੀ ਮਾਇਆ ਨੂੰ ਸੱਤ ਕਰਕੇ ਸਮਝਣ ਵਾਲੇ ਅਣਦਿਸਦੇ ਪਰਮਾਤਮਾ ਨੂੰ ਇੱਦਾਂ ਸਮਝ ਲੈਣਾ ਵੀ ਪਤਾ ਨਹੀਂ ਹੈ ਕਿ ਨਹੀਂ ਹੈ। ਹਾਲਾਂਕਿ ਜਿਸ ਦੀ ਸੱਤਾ ਨਾਲ ਦੇਖਦੇ ਹਨ ਉਸ ਨੂੰ ਇਹ ਦੇਖਦੇ ਨਹੀਂ। ਜਿਸ ਦੀ ਸੱਤਾ ਨਾਲ ਇਹ ਸੰਸਾਰ ਨੂੰ ਦੇਖਦੇ ਹਨ, ਜਿਹੜਾ ਅਕਾਲ ਪੁਰਖ ਅੱਖਾਂ ਵਿੱਚ ਬਹਿ ਕੇ ਦੇਖ ਰਿਹਾ ਹੈ, ਉਹਨੂੰ ਨਹੀਂ ਦੇਖਦੇ। ਇੱਕ ਚੰਡਾਲੂ ਪੰਛੀ ਸੁਣਿਆ ਹੈ, ਗ੍ਰੰਥਕਾਰਾਂ ਨੇ, ਵਿਦਵਾਨਾਂ ਨੇ ਉਹਦਾ ਨਾਂ ਚੰਡਾਲੂ ਦੱਸਿਆ ਹੈ। ਉਹ ਚੰਡਾਲੂ ਪਕਸ਼ੀ ਕਹਿੰਦੇ ਸਾਰੇ ਪੰਛੀਆਂ ਦੀ ਬੋਲੀ ਬੋਲ ਲੈਂਦਾ। ਕਾਂ ਦੀ ਤਰ੍ਹਾਂ ਵੀ ਕਾਂ 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 ਕਰ ਲੈਂਦਾ, ਚਿੜੀ ਦੀ ਤਰ੍ਹਾਂ ਚੀਂ ਚੀਂ ਕਰ ਲੈਂਦਾ, ਤੋਤੇ ਤਰ੍ਹਾਂ ਵੀ ਬੋਲ ਲੈਂਦਾ, ਹੋਰ ਜਿਹੜੇ ਪੰਛੀਆਂ ਦੀ ਆਵਾਜ਼ਾਂ ਕੱਢ ਲੈਂਦਾ। ਉਹ ਰੋਜ਼ ਨਵੀਆਂ ਨਵੀਆਂ ਆਵਾਜ਼ਾਂ ਕੱਢਦਾ, ਨਵੀਆਂ ਨਵੀਆਂ ਬੋਲੀਆਂ ਬੋਲਦਾ। ਪਰ ਚੰਡਾਲੂ ਪੰਛੀ ਆਪਣੀ ਬੋਲੀ ਨਹੀਂ ਬੋਲਦਾ। ਇਹ ਕਹਿੰਦੇ ਉਹ ਜਦੋਂ ਬੋਲੀਆਂ ਵੱਖਰੀਆਂ ਵੱਖਰੀਆਂ ਬੋਲਦਾ, ਕਦੀ ਕੁਛ ਬੋਲਿਆ, ਕਦੀ ਕੁਛ ਬੋਲਿਆ, ਕਦੀ ਉਹਨੇ ਕਹਿੰਦੇ ਆ ਬਈ ਬਾਜ ਦੀ ਬੋਲੀ ਬੋਲਣੀ ਹੈ, ਕਦੀ ਉਹਨੇ ਕਬੂਤਰ ਦੀ ਬੋਲਣੀ ਹੈ, ਕਦੀ ਉਹਨੇ ਕੋਇਲ ਦੀ ਬੋਲ ਲੈਣੀ ਹੈ, ਕਦੀ ਉਹਨੇ ਕਾਂ ਦੀ ਬੋਲ ਲੈਣੀ ਹੈ, ਕਦੀ ਤੋਤੇ ਦੀ, ਕਦੀ ਚਿੜੀ ਦੀ, ਕਦੀ ਲਾਲੀ ਦੀ, ਕਦੀ ਘੁੱਗੀ ਦੀ। ਸਾਰੇ ਪੰਛੀਆਂ ਦੀ ਬੋਲੀ ਬੋਲਣ ਕਰਕੇ ਆਪਣੀ ਬੋਲੀ ਭੁੱਲ ਜਾਂਦਾ। ਆਖੋ ਸ੍ਰੀ ਵਾਹਿਗੁਰੂ। ਆਪਣੀ ਬੋਲੀ ਭੁੱਲ ਜਾਂਦਾ ਵੀ ਮੇਰੀ ਬੋਲੀ ਕਿਹੜੀ ਹੈ। ਉਹਨੂੰ ਪਤਾ ਹੀ ਨਹੀਂ। ਲੋਕ ਉਹਦੇ ਕੋਲੋਂ ਜਿਹੜੇ ਸਿਆਣੇ, ਕਿਉਂਕਿ ਅੱਜ ਕੱਲ੍ਹ ਤਾਂ ਹੁਣ ਜੰਗਲਾਂ 'ਚ ਰਹਿੰਦੇ ਨਹੀਂ, ਪੰਛੀਆਂ ਦੇ ਨਾਲ ਸਾਡੇ ਵਾਹ ਵਾਸਤੇ ਘੱਟ ਗਏ ਨੇ। ਸਾਡੇ ਬੱਚਿਆਂ ਨੂੰ ਤਾਂ ਕਬੂਤਰ ਦੀ ਬੋਲੀ ਵੀ ਪਤਾ ਨਹੀਂ ਹੋਣਾ। ਜਿਹੜੇ ਸਾਡੇ ਘਰਾਂ 'ਚ ਹਰ ਵੇਲੇ ਗੁਟਰਗੂੰ ਗੁਟਰਗੂੰ ਕਰਦੇ ਸੀ ਨਾ, ਉਹ ਵੀ ਹੁਣ
ਸਾਡੇ ਨਿਆਣਿਆਂ ਨੂੰ ਕਹੀਏ ਵੀ 10 ਕਬੂਤਰ ਦੀ ਬੋਲੀ ਕੀ ਹੈ, ਉਹਨਾਂ ਨੂੰ ਉਹ ਵੀ ਨਹੀਂ ਪਛਾਣ ਵੀ ਕੌਣ ਹੈ ਇਹ। ਅਤੇ ਉਹ ਜਿਹੜੇ ਪੁਰਾਣੇ ਲੋਕ ਸੀਗੇ ਸਾਡੇ 100-200 ਸਾਲ ਪਿੱਛੇ, ਉਸ ਤੋਂ ਹੋਰ ਪਿੱਛੇ, ਉਹ ਜੰਗਲਾਂ 'ਚ ਰਹਿੰਦੇ ਸੀ ਅਤੇ ਪੰਛੀਆਂ ਨਾਲ, ਜਾਨਵਰਾਂ ਨਾਲ, ਦਰੱਖਤਾਂ ਨਾਲ, ਬਨਸਪਤੀ ਨਾਲ ਉਹਨਾਂ ਦਾ ਵਾਹ ਵਾਸਤਾ ਰਹਿੰਦਾ ਸੀ। ਉਹਦੀ ਉਹ ਖੋਜ ਕਰਦੇ ਰਹਿੰਦੇ ਸੀ। ਪੰਛੀਆਂ ਦੇ, ਚਿੜੀਆਂ ਦੇ, ਜਾਨਵਰਾਂ ਦੇ, ਜੰਗਲੀ ਜਾਨਵਰਾਂ ਦੇ ਵਰਤਾਰੇ, ਬਿਹੇਵੀਅਰ ਉਹ ਪੜ੍ਹਦੇ ਰਹਿੰਦੇ ਸੀ। ਇਸ ਕਰਕੇ ਉਹਨਾਂ ਗ੍ਰੰਥਾਂ ਵਿੱਚ ਜ਼ਿਕਰ ਆਉਂਦਾ। ਹੁਣ ਬਬੀਹੇ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ 'ਚ ਆਉਂਦਾ ਹੈ, ਪੁਰਾਣੇ ਗ੍ਰੰਥਾਂ 'ਚ ਆਉਂਦਾ ਹੈ। ਪਰ ਅੱਜ ਕੱਲ੍ਹ ਵਾਲੇ ਕਈ ਸਾਡੇ ਉਹ 2 ਸਾਲੇ ਨੇ ਜਿਹੜੇ, ਉਹ ਕਹਿੰਦੇ ਜੀ ਅਸੀਂ ਤਾਂ ਵੇਖਿਆ ਹੀ ਕੋਈ ਨਹੀਂ, ਚਾਤਰਿਕ ਪਤਾ ਨਹੀਂ ਹੁੰਦਾ ਵੀ ਹੈ ਕਿ ਨਹੀਂ ਹੁੰਦਾ, ਕਿਤਾਬਾਂ 'ਚ ਲਿਖ ਦਿੱਤਾ ਉਹਨਾਂ ਨੇ। ਆਖੇ ਜੀ ਕਾਲਪਨਿਕ ਹੈ। ਇਹ ਹੋ ਸਕਦਾ ਹੈ ਵੀ ਕਿਸੇ ਜਾਨਵਰ ਦੀ, ਕਿਸੇ ਪੰਛੀ ਦੀ ਪ੍ਰਜਾਤੀ ਕਿਸੇ ਕਾਰਨ ਕਰਕੇ ਅਲੋਪ ਹੋ ਗਈ ਹੋਵੇ, ਘੱਟ ਗਈ ਹੋਵੇ, ਨਾ ਮਿਲੀ ਹੋਵੇ ਅੱਜ ਕਿਸੇ ਨੂੰ, ਜਾਂ ਥੋੜ੍ਹੀ ਹੋਵੇ, ਕਿਸੇ ਨੇ ਨਾ ਦੇਖੀ ਹੋਵੇ। ਪਰ ਇਹ ਤਾਂ ਨਹੀਂ ਵੀ ਗੁਰੂ ਗ੍ਰੰਥ ਸਾਹਿਬ 'ਚ ਗਲਤ ਲਿਖਿਆ। ਉਹ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਨੇ ਵੀ ਗੁਰੂ ਮਹਾਰਾਜ ਦੀ ਬਾਣੀ 'ਚ ਜੋ ਲਿਖਿਆ ਉਹ ਆਪਾਂ ਗਲਤ ਸਾਬਤ ਕਰ ਦਈਏ। ਪਰ ਨਹੀਂ, ਸਮਾਂ ਪਾ ਕੇ ਹਰ ਚੀਜ਼ ਪ੍ਰਗਟ ਹੋ ਹੀ ਜਾਂਦੀ ਹੈ। ਅਕਾਲ ਪੁਰਖ ਦੀ ਇਹ ਖੇਡ ਹੈ। ਸੋ ਸਾਧ ਸੰਗਤ ਜੀ, ਇੱਕ ਜਿਹੜਾ ਚੰਡਾਲੂ ਪੰਛੀ ਹੈ ਉਹਦੇ ਬਾਰੇ ਸੁਣਿਆ ਹੈ, ਅਸੀਂ ਵੀ ਦੇਖਿਆ ਕੋਈ ਨਹੀਂ, ਗਾਂਹ ਦੀ ਗਾਂਹ ਸੁਣਦੇ ਹਾਂ ਵਿਦਵਾਨਾਂ ਲੋਕਾਂ ਤੋਂ ਵੀ ਉਹ ਬੋਲੀਆਂ ਬੋਲਦਾ, ਕਦੀ ਘੁੱਗੀ ਦੀ, ਕਦੀ ਕਬੂਤਰ ਦੀ, ਕਦੀ ਕਾਂ ਦੀ, ਕਦੀ ਇੱਲ ਦੀ, ਕਦੀ ਕਿਸੇ ਦੀ, ਕਦੀ ਕਿਸੇ ਦੀ। ਜਦੋਂ ਉਹ ਵੱਖਰੀਆਂ ਵੱਖਰੀਆਂ ਬੋਲੀਆਂ ਬੋਲਦਾ ਅਤੇ ਸੁਣਨ ਵਾਲੇ ਲੋਕ ਕਹਿੰਦੇ ਆ ਵੀ ਪਤਾ ਨਹੀਂ ਇਹਦੀ ਆਪਣੀ ਕਿਹੜੀ ਹੈ। ਕਿਉਂਕਿ ਆਪਣੀ ਤਾਂ ਹੋਵੇ ਜੇ ਉਹਦੀ ਵਿਸ਼ੇਸ਼ ਇੱਕ ਬੋਲੀ ਹੋਵੇ। ਜਿਵੇਂ ਹੁਣ ਕਾਂ ਦੀ, ਕਾਂ ਨੂੰ ਆਪਾਂ ਦੂਰੋਂ ਪਛਾਣ ਲੈਂਦੇ ਹਾਂ ਵੀ ਕਾਂ ਹੀ ਬੋਲਦਾ, ਭਾਵੇਂ ਸਾਹਮਣੇ ਦਿਖਦਾ ਹੋਵੇ, ਭਾਵੇਂ ਕੰਨਾਂ 'ਚ ਆਵਾਜ਼ ਹੀ ਪੈ ਜਾਏ। ਕੋਇਲ ਦੀ ਆਵਾਜ਼ ਨੂੰ ਆਪਾਂ ਪਛਾਣ ਲੈਂਦੇ ਹਾਂ, ਕਬੂਤਰ ਦੀ ਪਛਾਣ ਲੈਂਦੇ ਹਾਂ, ਚਿੜੀਆਂ ਦੀ ਚੀਂ ਚੀਂ ਆਪਾਂ ਪਛਾਣ ਲੈਂਦੇ ਹਾਂ, ਕਿਉਂਕਿ ਅਸੀਂ ਬਾਰ ਬਾਰ ਉਹਦੇ ਤੋਂ ਉਹੀ ਸੁਣਿਆ। ਚੰਡਾਲੂ ਤੋਂ ਵੱਖੋ ਵੱਖ ਸੁਣਿਆ। ਤਾਂ ਉਹ ਐਸਾ ਪੰਛੀ ਹੈ ਵੀ ਦੂਜਿਆਂ ਦੀਆਂ ਬੋਲੀਆਂ ਸਾਰੀਆਂ ਬੋਲਦਾ ਹੈ, ਆਪਣੀ ਕੋਈ ਬੋਲਦਾ ਨਹੀਂ, ਜਾਂ ਆਪਣੀ ਦਾ ਉਹਦਾ ਪਤਾ ਨਹੀਂ। ਇਹ ਇਨਸਾਨ ਦੂਜਿਆਂ ਸਾਰਿਆਂ ਨੂੰ ਪਛਾਣ ਲੈਂਦਾ, ਦੂਜਿਆਂ ਨੂੰ ਹਰ ਵੇਲੇ ਖੋਜਣ ਲੱਗਾ ਰਹਿੰਦਾ ਹੈ। ਉਹ ਕੌਣ ਹੈ, ਉਹ ਬੰਦਾ ਕਿਹੜਾ ਹੈ, ਉਹ ਬੀਬੀ ਕੌਣ ਹੈ, ਉਹ ਜਾਨਵਰ ਕਿਹੜਾ ਹੈ, ਉਹ ਵਸਤੂ ਕਿਹੜੀ ਹੈ, ਇਹ ਕੱਪੜਾ ਹੈ, ਇਹ ਬਸਤਰ ਹੈ, ਇਹ ਘੜਾ ਹੈ, ਲੋਹਾ ਹੈ, ਸੋਨਾ ਹੈ, ਚਾਂਦੀ, ਇਹ ਸਭ ਦੇਖਦਾ ਰਹਿੰਦਾ। ਮੈਂ ਕੌਣ ਹਾਂ ਇਹ ਨਹੀਂ ਦੇਖਦਾ। ਇਸ ਕਰਕੇ ਅੰਨਾ ਹੁੰਦੀ ਅੱਖੀਂ ਅੰਨਾ ਹੋਵੇ। ਜਿਹਨੂੰ ਅੱਖਾਂ ਹੋਣ ਅਤੇ ਫਿਰ ਵੀ ਨਾ ਦਿਸੇ ਉਹਨੂੰ ਅੰਨਾ ਕਹਿੰਦੇ ਆ। ਇਹ ਸੰਸਾਰ ਦੀ ਹਾਲਤ ਹੈ। ਮਹਾਰਾਜ ਕਹਿੰਦੇ ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ। ਬਿਨਾਂ ਸਤਿਗੁਰੂ ਜੀ ਨੂੰ ਮਿਲਿਆ ਇਹ ਸੰਸਾਰ ਅੰਨਾ ਹੈ। ਅੰਧੇ ਕਰਮ ਕਮਾਏ, ਅੰਨਿਆਂ ਵਾਲੇ ਕੰਮ ਕਰੀ ਜਾਂਦਾ। ਜੋ ਕੁਛ ਵੀ ਕਰ ਰਿਹਾ ਹੈ ਸੁਪਨੇ ਨੂੰ ਸੱਤ ਸਮਝ ਕੇ ਕਰ ਰਿਹਾ। ਸਤਿਗੁਰੂ ਰੋਜ਼ ਕਹਿੰਦੇ ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਣ। ਇਹ ਤੂੰ ਜੋ ਦੇਖ ਰਿਹਾ ਸੁਪਨਾ ਦੇਖ ਰਿਹਾ। ਸੁਪਨੇ ਦੇ ਪਦਾਰਥ ਜਾਗਰਤ ਅਵਸਥਾ ਵਿੱਚ ਸਾਨੂੰ ਗ੍ਰਹਿਣ 'ਚ ਨਹੀਂ ਆਉਂਦੇ, ਪਕੜ 'ਚ ਨਹੀਂ ਆਉਂਦੇ। ਜਾਗਰਤ ਅਵਸਥਾ ਦੇ ਪਦਾਰਥ ਸੁਪਨੇ 'ਚ ਵੀ ਕੰਮ ਨਹੀਂ ਆਉਂਦੇ। ਜਾਗਰਤ ਅਵਸਥਾ ਦੀਆਂ ਚੀਜ਼ਾਂ ਸੁਪਨੇ 'ਚ ਨਹੀਂ ਕੰਮ ਆਉਂਦੀਆਂ, ਅਤੇ ਸੁਪਨੇ ਦੀਆਂ ਚੀਜ਼ਾਂ ਜਾਗਰਤ 'ਚ ਕੰਮ ਨਹੀਂ ਆਉਂਦੀਆਂ। ਜਾਗਰਤ ਅਤੇ ਸੁਪਨ ਦੀਆਂ ਸਾਰੀਆਂ ਹੀ ਵਸਤੂਆਂ ਸੁਖੋਪਤੀ 'ਚ ਅਲੋਪ ਹੋ ਜਾਂਦੀਆਂ, ਸਾਰੀਆਂ ਹੀ। ਮਨ ਬੁੱਧੀ ਜਦੋਂ ਅਲੋਪ ਹੋ ਗਏ ਅਤੇ ਬਾਕੀ ਕੀ ਰਹਿ ਗਿਆ? ਮਨ ਬੁੱਧੀ ਤੋਂ ਹੀ ਪਦਾਰਥਾਂ ਨੂੰ ਅਸੀਂ ਭਾਸ਼ਦੇ ਦੇਖਦੇ ਹਾਂ। ਉਹ ਪ੍ਰਤਿਭਾਸ਼ਕ ਸੱਤਾ ਹੈ ਸੰਸਾਰ ਦੀ। ਪਰ ਅਸੀਂ ਸੱਤ ਸਮਝ ਲਿਆ, ਇੱਦਾਂ ਸਮਝ ਲਿਆ ਵੀ ਅਸੀਂ ਜੰਮੇ ਹਾਂ ਔਰ ਮਰਾਂਗੇ, ਔਰ ਅਸੀਂ ਸੁਖੀ ਹਾਂ ਦੁਖੀ ਹਾਂ, ਅਸੀਂ ਬੱਚੇ ਹਾਂ ਜਵਾਨ ਹਾਂ ਬੁੱਢੇ ਹਾਂ, ਹਿੰਦੂ ਹਾਂ ਮੁਸਲਮਾਨ ਹਾਂ ਸਿੱਖ ਹਾਂ ਈਸਾਈ ਹਾਂ, ਐਸਾ ਜਾਣ ਲਿਆ। ਪਰ ਜੋ ਅਸੀਂ ਹਾਂ ਉਹ ਉਸ ਚੰਡਾਲੂ ਪੰਛੀ ਦੀ ਤਰ੍ਹਾਂ ਜਾਣਿਆ ਹੀ ਨਹੀਂ। ਆਖੋ ਸ੍ਰੀ ਵਾਹਿਗੁਰੂ। ਮਹਾਂਪੁਰਸ਼ ਕਹਿੰਦੇ ਆ ਚੰਡਾਲੂ ਅਤੇ ਚੰਡਾਲੂ ਹੈ, ਅਸੀਂ ਚੰਡਾਲ ਹਾਂ। ਅਸੀਂ ਚੰਡਾਲ ਹਾਂ। ਕਿਉਂ?
ਚੰਡਾਲ ਦੀ ਬਿਰਤੀ ਕਹਿੰਦੇ ਆ ਵੀ ਨੀਵੀਂ ਹੁੰਦੀ ਹੈ, ਸਾਡੀ ਬਿਰਤੀ ਨੀਵੀਂ ਹੈ, ਹੋਰ ਕੁਛ ਨਹੀਂ। ਬੰਦਾ ਦੇਵਤਾ ਵੀ ਬਣ ਸਕਦਾ, ਬੰਦਾ ਚੰਡਾਲ ਵੀ ਬਣ ਸਕਦਾ। ਜੇ ਉਸ ਸਰੂਪ ਨੂੰ ਜਾਣ ਲਵੇ, ਦਿਵਯ ਸਰੂਪ ਨੂੰ ਜਾਣ ਲਵੇ ਤਾਂ ਦੇਵਤਾ ਹੈ, ਨਾ ਜਾਣੇ ਤਾਂ ਫਿਰ ਚੰਡਾਲ ਹੀ ਹੈ। ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ। ਮਹਾਰਾਜ ਕਹਿੰਦੇ ਸਤਿਗੁਰੂ ਜੀ ਨੂੰ ਮਿਲੇ ਤੋਂ ਬਿਨਾਂ ਜਗਤ ਅੰਨਾ ਹੈ। ਅੰਧੇ ਕਰਮ ਕਮਾਏ, ਅੰਨਿਆਂ ਵਾਲੇ ਹੀ ਕਰਮ ਕਰਦਾ। ਸ਼ਬਦੈ ਸਿਉ ਚਿੱਤ ਨਾ ਲਾਵਈ, ਜਿਤ ਸੁਖ ਵਸੈ ਮਨ ਆਏ। ਇਹ ਸ਼ਬਦ ਨਾਲ ਚਿੱਤ ਨਹੀਂ ਲਾਉਂਦਾ। ਸ਼ਬਦ ਜਿਹੜਾ ਹੈ ਉਹ ਸਾਨੂੰ, ਸ਼ਬਦ ਦੀ ਵਿਆਖਿਆ ਵੈਸੇ ਕਰਨੀ ਬੜੀ ਔਖੀ ਹੈ। ਸ਼ਬਦ ਗੁਰਬਾਣੀ 'ਚ ਬ੍ਰਹਮ ਨੂੰ ਕਿਹਾ ਹੈ, ਅਤੇ ਉਸ ਬ੍ਰਹਮ ਦਾ ਸਾਖਸ਼ਾਤ ਕਰਨ ਲਈ ਗੁਰੂ ਦੇ ਮੁਖ ਤੋਂ ਨਿਕਲੇ ਹੋਏ ਬੋਲ ਵੀ ਸ਼ਬਦ ਹਨ। ਬ੍ਰਹਮ ਸ਼ਬਦ ਹੈ। ਜੋਗ ਸ਼ਬਦੰ, ਗਿਆਨ ਸ਼ਬਦੰ, ਵੇਦ ਸ਼ਬਦੰ ਬ੍ਰਹਮਣ ਹੈ। ਉੱਥੇ ਮਹਾਰਾਜ ਨੇ ਧਰਮ ਨੂੰ ਸ਼ਬਦ ਕਿਹਾ ਹੈ। ਔਰ ਗੁਰੂ ਦੀ ਬਾਣੀ ਵੀ ਗੁਰੂ ਕਾ ਸ਼ਬਦ ਹੈ। ਪਰ ਵਿਸ਼ੇਸ਼ ਕਰਕੇ ਜਿਹੜਾ ਤੀਰ ਬਹੁਤਾ ਛੇਤੀ ਨਿਸ਼ਾਨੇ 'ਤੇ ਵੱਜਦਾ ਹੈ ਉਹ ਗੁਰੂ ਮੰਤਰ ਹੈ। ਜਦੋਂ ਗੁਰੂ ਮੰਤਰ ਦਿੰਦਾ ਹੈ, ਉਸ ਗੁਰੂ ਮੰਤਰ ਦਾ ਜਾਪ ਬੜੀ ਛੇਤੀ ਦਰਵਾਜ਼ਾ ਖੋਲ੍ਹ ਦਿੰਦਾ ਹੈ। ਜਿਵੇਂ ਅਸੀਂ ਕਿਸੇ ਦੇ ਘਰ ਜਾਈਏ, ਦਰਵਾਜ਼ਾ ਨਾ ਖੜਕਾਈਏ, ਬੈਲ ਨਾ ਵਜਾਈਏ, ਖੜ੍ਹੇ ਰਹੀਏ, ਖੜ੍ਹੇ ਰਹੀਏ, ਖੜ੍ਹੇ ਰਹੀਏ, ਅਤੇ ਸਾਰੀ ਰਾਤ ਆਪਾਂ ਖੜ੍ਹੇ ਰਹੀਏ। ਅਗਲੇ ਨੂੰ ਕੀ ਪਤਾ ਵੀ ਮੇਰੇ ਬੂਹੇ 'ਤੇ ਕੋਈ ਖੜ੍ਹਾ। ਦਰਵਾਜ਼ਾ ਖੜਕਾਵਾਂਗੇ, ਅਗਲਾ ਬੂਹਾ ਖੋਲ੍ਹੇਗਾ, ਅੰਦਰ ਵੜ ਜਾਵਾਂਗੇ ਆਰਾਮ ਨਾਲ। ਨਹੀਂ ਤਾਂ ਬਾਹਰ ਮੀਂਹ 'ਚ ਭਿੱਜੀ ਜਾਓ, ਠੰਡ 'ਚ ਠਰੀ ਜਾਓ। ਮਹਾਨ ਵਿਦਵਾਨ ਹਿਰਦੇ ਰਾਮ ਜੀ ਭੱਲਾ ਨੇ ਹਨੂੰਮਾਨ ਨਾਟਕ 'ਚ ਪੰਕਤੀ ਲਿਖੀ ਹੈ, ਬਿਨ ਬੋਲ ਖੁੱਲ੍ਹੇ ਘਰ ਕੇ ਨਾ ਕਿਵਾਰਿਓ। ਕਹਿੰਦੇ ਬਿਨਾਂ ਬੋਲਿਆਂ 'ਤੇ ਘਰ ਦਾ ਬੂਹਾ ਨਹੀਂ ਖੁੱਲ੍ਹਦਾ। ਬੈਲ ਖੜਕਾਓਗੇ ਤਾਂ ਬੂਹਾ ਖੁੱਲ੍ਹੇਗਾ। ਅਕਾਲ ਪੁਰਖ ਵਾਹਿਗੁਰੂ ਦੇ ਘਰ ਵੜਨ ਲੱਗਿਆਂ ਵੀ ਬੈਲ ਖੜਕਾਉਣੀ ਪੈਂਦੀ ਹੈ। ਹਿੰਦੂਆਂ ਨੇ ਆਪਣੇ ਮੰਦਰ 'ਚ ਇੱਕ ਟੱਲੀ ਲਾਈ ਹੁੰਦੀ ਹੈ। ਜਦੋਂ ਅੰਦਰ ਵੜਦੇ ਆ ਤਾਂ ਉਹ ਟੱਲੀ ਖੜਕਾ ਦਿੰਦੇ ਆ। ਭਾਵੇਂ 99% ਹਿੰਦੂਆਂ ਨੂੰ ਪਤਾ ਨਹੀਂ ਵੀ ਇਹ ਕਿਉਂ ਖੜਕਾਈ ਜਾਂਦੀ ਹੈ। ਉਹ ਇੱਕ ਸਿੰਬਲ ਹੈ, ਇੱਕ ਪ੍ਰਤੀਕ ਹੈ। ਪਰ ਅਸਲ ਗੱਲ ਇਹ ਹੈ ਬਈ ਸ਼ਬਦ ਦੀ ਬੈਲ ਖੜਕਾ ਕੇ ਤੁਸੀਂ ਉੱਥੇ ਪਹੁੰਚ ਸਕਦੇ ਹੋ ਜਿੱਥੇ ਭਗਵਾਨ ਦਾ ਘਰ ਹੈ। ਆਖੋ ਸ੍ਰੀ ਵਾਹਿਗੁਰੂ। ਇਹ ਤਾਂ ਬਾਹਰੋਂ ਦਿਖਾਇਆ ਗਿਆ, ਕਿਉਂਕਿ ਬਾਹਰੋਂ ਤਾਂ ਦਿਖਾਉਣਾ ਪੈਂਦਾ ਵੀ ਬੰਦਾ ਅੰਦਰ ਜਾ ਸਕੇ ਉਹਨੂੰ, ਕਿਉਂਕਿ ਅਸੀਂ ਬਾਹਰੋਂ ਸਮਝਦੇ ਹਾਂ। ਸੰਸਾਰੀ ਲੋਕ ਜਿਹੜੇ ਨੇ ਉਹ ਬਾਹਰਲੇ ਪ੍ਰਤੀਕਾਂ ਦੁਆਰਾ ਸਮਝ ਸਕਦੇ। ਉਹਨਾਂ ਨੂੰ ਸਮਝਾਉਣ ਦਾ ਹੋਰ ਤਰੀਕਾ ਹੀ ਨਹੀਂ। ਬੱਚੇ ਨੂੰ ਊੜਾ ਊਂਠ ਕਹਿ ਕੇ ਊੜਾ ਪੜ੍ਹਾਇਆ ਜਾ ਸਕਦਾ, ਏ ਫਾਰ ਐਪਲ ਕਹਿ ਕੇ ਹੀ ਏ ਪੜ੍ਹਾਈ ਜਾ ਸਕਦੀ ਹੈ, ਬੀ ਫਾਰ ਬੈਟ ਕਹਿ ਕੇ ਬੀ ਪੜ੍ਹਾਈ ਜਾ ਸਕਦੀ ਹੈ। ਇਸੇ ਤਰ੍ਹਾਂ ਸਾਨੂੰ ਸਮਝਾਉਣ ਲਈ ਸਾਧੂਆਂ ਮਹਾਤਮਾ ਨੇ ਵੱਖਰੇ ਵੱਖਰੇ ਪ੍ਰਤੀਕ ਦਿੱਤੇ ਹੋਏ ਨੇ। ਪਰ ਉਹਦਾ ਅੰਦਰਲਾ ਕੋਈ ਰਹੱਸ ਹੁੰਦਾ, ਅੰਦਰਲੀ ਗੱਲ ਹੁੰਦੀ ਹੈ। ਪਰ ਬਹੁਤੇ ਲੋਕ ਬਾਹਰ ਸਾਰੀ ਉਮਰ ਊੜਾ ਊਂਠ ਹੀ ਕਹਿੰਦੇ ਰਹਿੰਦੇ ਆ। ਉਹਨਾਂ ਨੂੰ ਰੋਜ਼ ਮੰਦਰ ਦੀ ਟੱਲੀ ਖੜਕਾ ਕੇ ਅੰਦਰ ਵੜਦੇ ਆ, ਪਰ ਪਤਾ ਨਹੀਂ ਕੀ ਗੱਲ ਹੈ। ਗੱਲ ਇਹ ਹੈ ਵੀ ਤੁਹਾਨੂੰ ਵਾਹਿਗੁਰੂ 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 ਦੀ ਬੈਲ ਖੜਕਾਉਣੀ ਪੈਣੀ ਹੈ। ਤੁਹਾਨੂੰ ਨਾਮ ਦਾ ਅਭਿਆਸ ਕਰਨਾ ਪੈਣਾ। ਉਹ ਸ਼ਬਦ ਦੀ ਚੋਟ ਦੇ ਨਾਲ ਉਹ ਦਰਵਾਜ਼ਾ ਖੁੱਲ੍ਹੇਗਾ, ਹੋਰ ਕੋਈ ਰਸਤਾ ਨਹੀਂ ਹੈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਆ ਸ਼ਬਦੈ ਸਿਉ ਚਿੱਤ ਨਾ ਲਾਵਈ। ਇਹ ਬੰਦਾ, ਇਹਨੂੰ ਪਤਾ ਹੀ ਨਹੀਂ ਵੀ ਕਿਸੇ ਦੇ ਬੂਹੇ ਅੱਗੇ ਖੜ੍ਹੇ ਹਾਂ ਅਤੇ ਦਰਵਾਜ਼ਾ ਖੋਲ੍ਹਣ ਵਾਸਤੇ ਦਰਵਾਜ਼ਾ ਖੜਕਾਉਣਾ ਪੈਣਾ। ਜਿਹਨੂੰ ਕੋਈ ਸਿਖਾਵੇ ਨਾ, ਹੁਣ ਬੱਚਿਆਂ ਸਾਨੂੰ ਸਿਖਾਇਆ ਗਿਆ, ਭਾਵੇਂ ਸਾਨੂੰ ਮਾਂ ਪਿਓ ਨੇ ਸਿਖਾਇਆ, ਭਾਵੇਂ ਸਾਨੂੰ ਸਮਾਜ ਨੇ ਸਿਖਾਇਆ ਵੀ ਕਿਸੇ ਦੇ ਘਰ ਜਾਣਾ ਬੈਲ ਖੜਕਾਉਣੀ ਹੈ, ਦਰਵਾਜ਼ਾ ਖੜਕਾਉਣਾ। ਅਸੀਂ ਜਾਣਦੇ ਹਾਂ ਸਾਰੇ। ਅਤੇ ਜੇ ਆਪਾਂ ਨੂੰ ਕਿਸੇ ਨੇ ਦੱਸਿਆ ਹੀ ਨਾ ਹੋਵੇ, ਕਿਸੇ ਨੇ ਸਿਖਾਇਆ ਹੀ ਨਾ ਹੋਵੇ, ਅਸੀਂ ਦਰਵਾਜ਼ਾ ਖੜਕਾਈਏ ਹੀ ਨਾ, ਬਾਹਰ ਖੜ੍ਹੇ ਰਹੀਏ ਅਤੇ ਦੋਸ਼ ਦਈਏ ਵੀ ਅਗਲੇ ਨੇ ਘਰ ਨਹੀਂ ਖੋਲ੍ਹਿਆ, ਬੂਹਾ ਨਹੀਂ ਖੋਲ੍ਹਿਆ, ਅੰਦਰ ਪਤਾ ਨਹੀਂ ਹੈ ਕਿ ਨਹੀਂ ਹੈ, ਪਤਾ ਨਹੀਂ ਰੱਬ ਹੈ ਕਿ ਨਹੀਂ ਹੈ। ਨਾਸਤਿਕ ਲੋਕ ਇਹੀ ਕਹਿੰਦੇ ਵੀ ਰੱਬ ਪਤਾ ਨਹੀਂ ਹੈ ਕਿ ਨਹੀਂ ਹੈ। ਹੁਣ ਦਰਵਾਜ਼ਾ ਖੜਕਾਓਗੇ ਤਾਂ ਦਰਵਾਜ਼ਾ ਖੁੱਲ੍ਹੇਗਾ, ਫਿਰ ਅੰਦਰ ਵੜੋਗੇ, ਮਿਲੋਗੇ। ਦਰਵਾਜ਼ਾ ਖੜਕਾਉਣਾ ਹੀ ਨਹੀਂ,
ਤੇ ਫਿਰ ਦੋਸ਼ ਦੇਣਾ ਵੀ ਪਤਾ ਨਹੀਂ ਹੈ ਕਿ ਨਹੀਂ ਹੈ, ਅਸੀਂ ਤਾਂ ਬੂਹੇ ਤੇ ਖੜੇ ਰਹੇ, ਸਾਰੀ ਰਾਤ ਖੜੇ ਰਹੇ। ਕਸੂਰ ਕਿਹਦਾ? ਆਪਣਾ। ਮਹਾਰਾਜ ਕਹਿੰਦੇ ਸ਼ਬਦ ਐਸੋ ਚਿੱਤ ਨਾ ਲਾ ਬਈ। ਇਹ ਸੰਸਾਰ ਇਸ ਕਰਕੇ ਅੰਨਾ ਹੈ ਬਈ ਇਹ ਸ਼ਬਦ ਨਾਲ ਚਿੱਤ ਲਾਉਂਦਾ ਹੀ ਨਹੀਂ। ਜਿਤ ਸੁਖ ਵਸੈ ਮਨ ਆਏ। ਜਿਸ ਸ਼ਬਦ ਦੇ ਅਭਿਆਸ ਨਾਲ ਵਾਹਿਗੁਰੂ 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 ਇਹ ਕਰਨ ਦੇ ਨਾਲ ਮਨ ਵਿੱਚ ਚਿੱਤ ਸੁੱਖ ਦੀ ਪ੍ਰਾਪਤੀ ਹੋਵੇਗੀ, ਬਿਰਤੀ ਇਕਾਗਰ ਹੋ ਜਾਏਗੀ। ਜਦੋਂ ਬਿਰਤੀ ਇਕਾਗਰ ਹੋ ਜਾਏਗੀ ਪਰਮਾਤਮਾ ਦੇ ਘਰ 'ਚ ਵੜ ਜਾਵਾਂਗੇ। ਕਿਸੇ ਦੇ ਘਰ ਵੜਨ ਲੱਗਿਆਂ ਵੀ ਅਸੀਂ ਬੜੇ ਚੁਕੰਨੇ ਜਿਹੇ ਹੋ ਜਾਂਦੇ ਹਾਂ। ਕਿਸੇ ਦੇ ਘਰ ਵੜਦੇ ਹਾਂ, ਸਾਡੀਆਂ ਬਿਰਤੀਆਂ ਇਕਾਗਰ ਅੰਦਰ ਵੜਨ ਲੱਗੇ ਹਾਂ। ਕਿਸੇ ਦੇ ਘਰ ਪੈਰਾਂ 'ਚ ਜੋੜਾ ਕਿੱਥੇ ਲਾਹਣਾ ਇਹ ਵੀ ਦੇਖਦੇ ਹਾਂ। ਅੱਗੇ ਕਿਸੇ ਨੂੰ ਮਿਲਣਾ ਫਤਿਹ ਬੁਲਾਉਣੀ ਇਹ ਵੀ ਦੇਖਦੇ ਹਾਂ। ਬੜੇ ਸੁਚੇਤ ਹੋ ਕੇ ਦੂਜੇ ਦੇ ਘਰ ਵੜਦੇ ਹਾਂ ਅਸੀਂ। ਪਹਿਲਾਂ ਬੈਲ ਖੜਕਾਉਣੀ ਹੈ, ਦਰਵਾਜ਼ਾ ਖੋਲ੍ਹਣਾ, ਫਤਿਹ ਬੁਲਾਉਣੀ ਆ, ਪੈਰ ਜੋੜਾ ਲਾਹਣਾ, ਫਿਰ ਅੰਦਰ ਵੜਨਾ, ਤਰੀਕੇ ਨਾਲ ਹੀ ਵੜਨਾ। ਉਸ ਘਰ ਦੇ ਵਿੱਚ ਜਦੋਂ ਵੜਨਾ ਉਹਲੇ ਸੁਰਤੀ ਨੇ ਇਕਾਗਰ ਹੋਣਾ। ਉਸ ਵੇਲੇ ਸਾਰਾ ਬਾਹਰਲਾ ਇੱਧਰ ਉੱਧਰ ਭੁੱਲ ਜਾਣਾ, ਸਿਰਫ ਉੱਥੇ ਹੀ ਫੋਕਸ ਹੋਣਾ। ਉਹ ਫੋਕਸ ਕਰਨ ਦੇ ਲਈ ਸ਼ਬਦ ਦਾ ਜਾਪ ਹੈ। ਬਾਣ ਸਚਾਵਾ ਸੰਨ ਕਹਿ ਗੁਰਮੰਤਰੜਾ ਚਿਤਾਰ, ਨਾਨਕ ਦੁੱਖ ਨਾ ਥੀ ਵਈ। ਮਹਾਰਾਜ ਕਹਿੰਦੇ ਗੁਰਮੰਤਰ ਦਾ ਜਾਪ ਕਰੇਗਾ, ਸੱਚਾ ਤੀਰ ਨਿਸ਼ਾਨੇ। ਜਦੋਂ ਪਹਿਲਾਂ ਅਸੀਂ ਤੀਰ ਚਲਾਉਂਦੇ ਹਾਂ, ਗੋਲੀ ਚਲਾਉਂਦੇ ਹਾਂ, ਕੋਈ ਇੱਧਰ ਜਾਂਦੀ, ਕੋਈ ਇੱਧਰ ਜਾਂਦੀ, ਕੋਈ ਉੱਪਰ ਜਾਂਦੀ, ਹੌਲੇ 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 ਫਿਰ ਅਸੀਂ ਸਾਹ ਵੀ ਰੋਕਦੇ ਹਾਂ। ਜਿਹੜੇ ਟ੍ਰੇਨਿੰਗ ਦਿੰਦੇ ਨੇ ਤੀਰ ਚਲਾਉਣ ਦੀ, ਗੋਲੀ ਚਲਾਉਣ ਦੀ, ਉਹ ਇਹ ਵੀ ਦੱਸਦੇ ਆ ਵੀ ਕਿੱਦਾਂ ਨਿਸ਼ਾਨਾ ਮਿਲਾਉਣਾ। ਬੰਦੂਕ ਦੀ ਮੱਖੀ ਅਗਲੀ ਪਿਛਲੀ ਇਕੱਠੇ ਕਰਕੇ ਅਤੇ ਫਿਰ ਆਪਣੀ ਅੱਖ ਨੂੰ ਅਤੇ ਅੱਗੇ ਨਿਸ਼ਾਨੇ ਨੂੰ ਇੱਕ ਕਰਨਾ, ਸੁਰਤ ਨੂੰ ਇੱਕ ਕਰਨਾ, ਇੱਕ ਕਰਕੇ ਫਿਰ ਸਾਹ ਰੋਕਣਾ, ਸਾਹ ਰੋਕ ਕੇ ਟਾਈਗਰ ਦੱਬਣਾ, ਗੋਲੀ ਨਿਸ਼ਾਨੇ 'ਤੇ ਜਾਏਗੀ। ਇਹ ਦੱਸਦੇ ਨੇ। ਇਸੇ ਤਰ੍ਹਾਂ ਜਿਹੜਾ ਗੁਰਮੰਤਰ ਦਾ ਅਭਿਆਸ ਹੈ ਵਾਹਿਗੁਰੂ ਦਾ, ਇਹ ਇਕਾਗਰ ਬਿਰਤੀ ਨਾਲ ਜਪਿਆ ਹੋਇਆ ਐਨ ਨਿਸ਼ਾਨੇ 'ਤੇ ਪਹੁੰਚਾ ਦਿੰਦਾ। ਪਰ ਅਸੀਂ ਉਹਦੇ ਨਾਲ ਚਿੱਤ ਲਾਇਆ ਹੀ ਨਹੀਂ। ਸ਼ਬਦ ਐਸਿਓ ਚਿੱਤ ਨਾ ਲਾ ਬਈ। ਜਿਤ ਸੁਖ ਵਸੈ ਮਨ ਆਏ। ਜਿਸ ਰਾਹੀਂ ਸੁੱਖ ਦੀ ਪ੍ਰਾਪਤੀ ਹੋ ਜਾਂਦੀ, ਮਨ ਵਿੱਚ ਸੁੱਖ ਨਿਧਾਨ ਵਾਹਿਗੁਰੂ ਪਰਮੇਸ਼ਰ ਆ ਕੇ ਵਸਦਾ ਹੈ। ਇੱਕ ਸੁੱਖ ਹੈ ਜਿਹੜਾ ਪਦਾਰਥ ਦੇ ਸੰਯੋਗ ਤੋਂ ਹੁੰਦਾ ਹੈ। ਮਾਨੋ ਕਿਸੇ ਨੂੰ ਠੰਡ ਲੱਗ ਰਹੀ ਹੈ, ਰਜਾਈ ਦਾ ਸੰਯੋਗ ਹੋ ਗਿਆ, ਸੁੱਖ ਮਿਲ ਗਿਆ। ਕਿਸੇ ਨੂੰ ਗਰਮੀ ਲੱਗ ਰਹੀ ਹੈ, ਕੂਲਰ ਦਾ ਪੱਖੇ ਦਾ ਸੰਯੋਗ ਹੋ ਗਿਆ, ਸੁੱਖ ਮਿਲ ਗਿਆ। ਕਿਸੇ ਨੂੰ ਭੁੱਖ ਲੱਗੀ ਹੈ, ਪ੍ਰਸ਼ਾਦੇ ਦਾ ਸੰਯੋਗ ਹੋ ਗਿਆ, ਸੁੱਖ ਮਿਲ ਗਿਆ। ਕਿਸੇ ਨੂੰ ਪਿਆਸ ਲੱਗੀ ਹੈ, ਉਹਨੂੰ ਪਾਣੀ ਦਾ ਸੰਯੋਗ ਹੋ ਗਿਆ, ਸੁੱਖ ਮਿਲ ਗਿਆ। ਇਸੇ ਤਰ੍ਹਾਂ ਹੀ ਅਨੇਕਾਂ ਪ੍ਰਕਾਰ ਦੇ ਪਦਾਰਥਾਂ 'ਚੋਂ ਮਿਲਣ ਵਾਲੇ ਛਿਨ ਭੰਗਰ ਸੁੱਖ ਹਨ, ਪਰ ਸਦੀਵੀ ਸੁੱਖ ਨਹੀਂ ਹਨ। ਮਨ ਦੀ ਬੁੱਧੀ ਦੀ ਤ੍ਰਿਪਤੀ ਵਾਲਾ ਸੁੱਖ ਆਤਮ ਸਰੂਪ ਦੀ ਪ੍ਰਾਪਤੀ। ਇਸ ਕਰਕੇ ਸੁੱਖ ਦਾ ਅਰਥ ਪਰਮੇਸ਼ਰ ਹੀ ਹੈ। ਸੁੱਖ ਦਾ ਅਰਥ ਪਰਮਾਤਮਾ ਹੈ, ਆਨੰਦ ਹੈ। ਸਤ ਚਿੱਤ ਆਨੰਦ ਸਰੂਪ ਮਨ ਵਿੱਚ ਆ ਵਸੇਗਾ। ਜਿਸ ਸ਼ਬਦ ਨਾਲ, ਉਸ ਸ਼ਬਦ ਨਾਲ ਇਸ ਬੰਦੇ ਨੇ ਚਿੱਤ ਲਾਇਆ ਹੀ ਨਹੀਂ। ਤਾਮਸ ਲੱਗਾ ਸਦਾ ਫਿਰੈ। ਤਮੋ ਗੁਣੀ ਬਿਰਤੀ 'ਚ, ਤਾਮਸੀ ਬਿਰਤੀ 'ਚ ਲੱਗਾ ਰਹਿੰਦਾ ਸਦਾ ਹੀ, ਚਿੰਤਾ ਵਿੱਚ, ਫਿਕਰ ਵਿੱਚ, ਭੱਜ ਦੌੜ ਵਿੱਚ, ਮਾਇਆ ਪਿੱਛੇ। ਇਕਾਗਰ ਬਿਰਤੀ ਕਿਵੇਂ ਹੋਣੀ ਹੈ? ਉਹ ਆਨੰਦ ਕਿਵੇਂ ਆਉਣਾ? ਇੱਧਰ ਉੱਧਰ ਤੇ ਭਟਕ ਰਿਹਾ ਮਨ, ਹਰ ਵੇਲੇ ਭਟਕ ਰਿਹਾ। ਉਹਨੂੰ ਇਕਾਗਰ ਕਰਨ ਦਾ ਇਸ ਨੇ ਯਤਨ ਨਹੀਂ ਕੀਤਾ। ਔਰ ਇੱਕ ਜਨਮ ਤੋਂ ਨਹੀਂ, ਲੱਖਾਂ ਜਨਮ ਤੋਂ ਤਾਮਸੀ ਬਿਰਤੀਆਂ ਹੀ ਰਹੀਆਂ ਜ਼ਿਆਦਾ। ਅਤੇ ਉਸ ਤਾਮਸੀ ਬਿਰਤੀ 'ਚ ਸਦਾ ਹੀ ਭੱਜਿਆ ਫਿਰਦਾ। ਤਾਮਸ ਲੱਗਾ ਸਦਾ ਫਿਰੈ। ਕ੍ਰੋਧ ਆ ਗਿਆ, ਕਿਸੇ ਨਾਲ ਲੜ ਪਿਆ, ਚਿੰਤਾ ਹੋ ਗਈ, ਡਿੱਗ ਕੇ ਮੰਜੇ 'ਤੇ ਪੈ ਗਿਆ, ਕੋਹਣੀ 'ਤੇ ਸਿਰ ਧਰ ਕੇ, ਕੀ ਬਣੇਗਾ, ਕੀ ਕਰਾਂਗੇ, ਕੀ ਹੋਵੇਗਾ। ਕਦੀ ਕਾਮ ਦੇ ਵਸ, ਕਦੀ ਕ੍ਰੋਧ ਦੇ ਵਸ, ਕਦੀ ਲੋਭ ਦੇ ਵਸ, ਕਦੀ ਮੋਹ ਦੇ ਵਸ, ਹੰਕਾਰ ਦੇ ਵਸ, ਅਨੇਕਾਂ ਤਰ੍ਹਾਂ ਦੇ ਕੁਕਰਮ ਕਰਦਾ ਰਹਿੰਦਾ ਹੈ। ਐਨ ਇਸ ਜਲਤ ਬਿਹਾਏ। ਦਿਨ ਰਾਤ ਇਸ ਬੰਦੇ ਦੀ ਸੜਦਿਆਂ ਸੜਦਿਆਂ ਲੰਘਦੀ ਹੈ ਜ਼ਿੰਦਗੀ। ਐਨ ਇਸ ਮੈਨੇ ਦਿਨ ਰਾਤ। ਇਹ ਕਹਿੰਦੇ ਦਿਨ ਨੂੰ, ਨਿਸ ਕਹਿੰਦੇ ਰਾਤ ਨੂੰ। ਇਹ ਸ਼ਬਦ ਨਿਸ ਦਾ ਵਾਚਕ, ਦਿਨ ਦਾ ਵਾਚਕ ਹੈ। ਨਿਸ ਨਾਮ ਰਾਤ ਦਾ, ਡੇ ਨਾਈਟ। ਮਹਾਰਾਜ ਕਹਿੰਦੇ ਜਲਤ ਬਿਹਾਏ, ਸੜਦਿਆਂ ਸੜਦਿਆਂ ਹੀ ਜ਼ਿੰਦਗੀ ਲੰਘ ਗਈ। ਦਿਨ ਰਾਤ ਇਹਦੇ ਬੀਤ ਜਾਂਦੇ ਹੈ। ਨਾ ਜੋ ਤਿਸ ਭਾਵੈ ਸੋ ਥੀਐ, ਕਹਿਣਾ ਕਿਛੂ ਨਾ ਜਾਏ।
ਕਿਤੇ ਮੇਰੇ ਸਿੱਖ ਇਹਨਾਂ ਸ਼ਬਦਾਂ ਨੂੰ ਪੜ੍ਹ ਕੇ ਦੂਜਿਆਂ ਉੱਤੇ ਹੀ ਨਾ ਫੋਕਸ ਕਰਨ ਲੱਗ ਜਾਣ। ਇਸੇ ਗੱਲ ਉੱਤੇ ਹੀ ਵੀ ਉਹ ਸੜਦਾ ਫਿਰਦਾ, ਉਹ ਸੜਦਾ ਫਿਰਦਾ, ਉਹ ਸੜਦਾ ਫਿਰਦਾ। ਮਹਾਰਾਜ ਕਹਿੰਦੇ ਨਹੀਂ, ਉਧਰੋਂ ਧਿਆਨ ਹਟਾਓ। ਇਹ ਵੀ ਸਭ ਹੁਕਮ ਦੀ ਖੇਡ ਹੋ ਰਹੀ ਹੈ। ਇਹ ਵੀ ਦੱਦਾ ਦੋਸ਼ ਨਾ ਦਿਓ ਕਿਸੇ, ਕਿਸੇ ਨੂੰ ਦੋਸ਼ ਨਾ ਦਿਓ। ਦੋਸ਼ ਕਰਮਾਂ ਆਪਣੇ ਆਪੋ ਆਪਣੇ ਕਰਮਾਂ ਦਾ ਦੋਸ਼ ਹੈ। ਜਿਹੋ ਜਿਹੇ ਕਰਮ ਕੀਤੇ ਉਹੋ ਜਿਹੀ ਉਹਦੀ ਬਿਰਤੀ ਬਣੀ ਹੋਈ ਹੈ। ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਵਿੱਚ ਹੋ ਰਿਹਾ ਜੋ ਤਿਸ ਭਾਵ ਹੈ, ਜੋ ਉਹਨੂੰ ਭਾਉਂਦਾ ਸੋ ਥੀ ਹੈ। ਹੁਕਮੀ ਉੱਤਮ ਨੀਚ। ਉੱਤਮ ਜਿਹੜਾ ਬਣਿਆ ਸਾਧੂ ਮਹਾਂਪੁਰਸ਼ ਬੰਦਗੀ ਕਰ ਰਿਹਾ, ਰੱਬ ਦੇ ਨਾਲ ਜੁੜਿਆ, ਉਹ ਵੀ ਹੁਕਮ 'ਚ ਹੀ ਬਣਿਆ। ਜਿਹੜਾ ਕੋਈ ਨੀਚ ਕਰਮ ਕਰ ਰਿਹਾ ਉਹ ਵੀ ਉਹਦੇ ਹੁਕਮ 'ਚ ਹੀ ਬਣਿਆ ਹੋਇਆ। ਐਵੇਂ ਕਿਸੇ ਉੱਤੇ ਸਾਰਾ ਫੋਕਸ ਕਰਕੇ ਕਿਸੇ ਦੀ ਆਲੋਚਨਾ ਉੱਤੇ ਹੀ ਨਾ ਟਾਈਮ ਖਰਾਬ ਕਰ ਲਓ, ਆਪਣਾ ਵੀ ਕੋਈ ਸਵਾਰ ਲਓ। ਮਹਾਰਾਜ ਕਹਿੰਦੇ ਕਹਿਣਾ ਕਿਛੂ ਨਾ ਜਾਏ, ਕੁਛ ਕਿਹਾ ਨਹੀਂ ਜਾ ਸਕਦਾ। ਅਸੀਂ ਲੋਕ ਜਿਹੜੇ ਹਾਂ, ਜਦੋਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਗੁਰਬਾਣੀ ਵਿੱਚ, ਅਤੇ ਦੂਜਿਆਂ ਦੀ ਆਲੋਚਨਾ ਕਰਨ ਲੱਗ ਜਾਂਦੇ ਆ, ਅਤੇ ਕਥਾ ਸਾਡੀ ਜਿਹੜੀ ਹੈ ਉਹ ਨਿੰਦਾ ਬਣ ਕੇ ਰਹਿ ਜਾਂਦੀ ਹੈ। ਪਰ ਅਖੀਰਲੀ ਪੰਕਤੀ ਜਿਹੜਾ ਨਿਚੋੜ ਕੱਢਿਆ ਹੁੰਦਾ, ਉੱਥੋਂ ਅਸੀਂ ਭਟਕ ਜਾਂਦੇ ਹਾਂ, ਖੁੰਝ ਜਾਂਦੇ ਹਾਂ। ਮਹਾਰਾਜ ਕਹਿੰਦੇ ਭਾਈ ਠੀਕ ਹੈ ਵੀ ਇਹ ਵਰਤਾਰਾ ਵਰਤ ਰਿਹਾ ਹੈ ਜੀਵ ਦਾ, ਦੱਸ ਦਿੱਤਾ ਅਸੀਂ, ਤੇਰੇ ਨਾਲ ਵੀ ਇੱਦਾਂ ਹੀ ਹੋ ਰਿਹਾ। ਜੇ ਤੂੰ ਇੱਧਰ ਹੀ ਦੇਖਦਾ ਰਿਹਾ, ਦੂਜਿਆਂ ਉੱਤੇ ਹੀ ਦੇਖਦਾ ਰਿਹਾ ਵੀ ਆਹ ਕਰ ਰਹੇ ਨੇ, ਆਹ ਕਰ ਰਹੇ ਨੇ, ਗਲਤ ਹੋ ਰਿਹਾ, ਅਤੇ ਫਿਰ ਤੂੰ ਆਪ ਆਪਣਾ ਲਾਹਾ ਨਹੀਂ ਲੈ ਸਕੇਗਾ। ਤੂੰ ਇੱਦਾਂ ਕਰ, ਇਹ ਸਮਝ ਲੈ ਵੀ ਸਭ ਅਕਾਲ ਪੁਰਖ ਦੇ ਹੁਕਮ 'ਚ ਹੋ ਰਿਹਾ। ਕੁਛ ਕਿਹਾ ਨਹੀਂ ਜਾ ਸਕਦਾ ਵੀ ਇਹ ਗਲਤ ਹੋ ਰਿਹਾ ਜਾਂ ਸਹੀ ਹੋ ਰਿਹਾ, ਕਿਉਂਕਿ ਗਲਤ ਦੀ ਪਛਾਣ ਹੋਵੇਗੀ ਤਾਂ ਸਹੀ ਦੀ ਪਛਾਣ ਹੋਵੇਗੀ। ਕੁਦਰਤ ਨੇ ਦੋ ਚੀਜ਼ਾਂ ਬਣਾਈਆਂ ਨੇ, ਸੰਸਾਰ ਬਿਰਖ ਕੋ ਦੋਏ ਫਲ ਲਾਏ। ਸੰਸਾਰ ਦੇ ਬੂਟੇ ਨੂੰ ਦੋ ਤਰ੍ਹਾਂ ਦੇ ਫਲ ਲਾਏ ਨੇ। ਉਹ ਕਿਹੜੇ ਨੇ? ਬਿਖ ਅੰਮ੍ਰਿਤ ਕਰਤਾਰ ਉਪਾਏ। ਇੱਕ ਜ਼ਹਿਰ ਹੈ, ਇੱਕ ਅੰਮ੍ਰਿਤ ਹੈ। ਜ਼ਹਿਰ ਦੇ ਵਿੱਚ ਦੁੱਖ ਹੈ, ਅੰਮ੍ਰਿਤ ਵਿੱਚ ਸੁੱਖ ਹੈ। ਚੰਗਾ ਮਾੜਾ, ਬੁਰਾ ਭਲਾ, ਇਹ ਇੱਕ ਦੂਜੀ ਦੇ ਪੂਰਕ ਹਨ। ਜੇ ਹਨੇਰੇ ਦਾ ਪਤਾ ਲੱਗੇਗਾ ਤਾਂ ਚਾਨਣ ਦਾ ਆਨੰਦ ਆਵੇਗਾ। ਜੇ ਹਨੇਰਾ ਨਾ ਹੋਵੇ, ਚਾਨਣ ਦੀ ਵੀ ਕੋਈ ਵੈਲਿਊ ਨਹੀਂ ਹੁੰਦੀ, ਪ੍ਰਕਾਸ਼ ਦੀ ਕੋਈ ਵੈਲਿਊ ਨਹੀਂ ਹੁੰਦੀ। ਜੇ ਪ੍ਰਕਾਸ਼ ਨਾ ਹੋਵੇ, ਹਨੇਰੇ ਦਾ ਵੀ ਨਹੀਂ ਪਤਾ ਚੱਲਦਾ। ਇੱਕ ਦੂਜੀ ਦੇ ਪੂਰਕ ਹਨ ਇਹ ਦੋਵੇਂ ਹੀ। ਬੁਰਾ ਭਲਾ ਸੰਸਾਰ ਵਿੱਚ ਦੋਵੇਂ ਹਨ। ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹਦੇ ਵਿੱਚ ਤੁਸੀਂ ਸ਼ਬਦ ਦੀ ਕਮਾਈ ਕਰੋਗੇ ਤਾਂ ਇਸ ਹਨੇਰੇ 'ਚੋਂ ਨਿਕਲ ਸਕੋਗੇ, ਨਹੀਂ ਤਾਂ ਇਸੇ ਵਿੱਚ ਹੀ ਭਟਕਦੇ ਰਹੋਗੇ। ਇਤਨੇ ਭਜਨ ਪ੍ਰਵਾਨ ਕਰਨੇ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਮਹਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ। ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ। ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ। ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ। ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ। ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ। ਇਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ। ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ। ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਤਾਰੀਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਠ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰਿ ਕੇ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਅਨੰਦ ਸੁਣੋ ਵਡ ਭਾਗੀ, ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ।
ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ